मैं ਤੁਹਾਡੇ ਨਾਲ ਬੰਨਾ ਕਿ ਇੱਕ ਵਕਤ ਐਸਾ ਸੀਗਾ ਜਦੋਂ ਭਿੰਡਰਾਂਵਾਲੇ ਨੂੰ ਕਾਂਗਰਸ ਨੇ ਸਪੋਰਟ ਦਿੱਤੀ ਸੀ, ਲੇਕਿਨ ਉਹ ਬੜੇ ਇਨੀਸ਼ੀਅਲ ਸਟੇਜ ਤੇ ਕੋਈ ਨਵੀਂ ਪਾਰਟੀ ਪੈਦਾ ਕੀਤੀ। ਪਾਰਟੀ ਹਰ ਕੋਈ ਪੈਦਾ ਕਰਦਾ ਔਰ ਇਹ ਪੋਲੀਟਿਕਸ ਹੁੰਦੀ ਹੁੰਦਾ ਹੈ, ਲੇਕਿਨ ਜਿਹੜੀ ਉਹਨੂੰ ਤਾਕਤ ਦਿੱਤੀ ਐਜ਼ ਐਕਸਟ੍ਰੀਮਿਸਟ, ਐਜ਼ ਮਿਲੀਟੈਂਟ, ਉਹ ਅਕਾਲੀਆਂ ਆਪ ਦਿੱਤੀ। ਤੇ ਮੇਰੀਆਂ ਬੱਸਾਂ ਸੜਨ ਮੈਂ ਤਾਂ ਵੀ ਕਾਂਗਰਸੀ, ਲਾਇਸੈਂਸ ਮੇਰੇ ਕੈਂਸਲ ਹੋਣ ਮੈਂ ਤਾਂ ਵੀ ਕਾਂਗਰਸੀ, ਨਾਲ ਦੇ ਸਿੰਘ ਸ਼ਹੀਦ ਹੋ ਜਾਣ ਮੈਂ ਤਾਂ ਵੀ ਕਾਂਗਰਸੀ, ਤੇ ਜੇ ਸਿੰਘਾਂ ਤੇ ਕੁੱਟ ਪਵੇ ਮੈਂ ਤਾਂ ਵੀ ਕਾਂਗਰਸੀ, ਜੇ ਸਿੰਘਾਂ ਦਾ ਇਤਨਾ ਨੁਕਸਾਨ ਹੋਵੇ, ਵਿਦਿਆਰਥੀ ਮੇਰੇ ਨਾਲ ਦੇ ਪੁੱਠੇ ਫੜ ਕੇ ਲਟਕਾਏ ਜਾਣ ਮੈਂ ਤਾਂ ਵੀ ਕਾਂਗਰਸੀ, ਇਹਨਾਂ ਦੇ ਲਾਇਸੈਂਸ ਬਣ ਤਾਂ ਵੀ ਅਕਾਲੀ, ਇਹਨਾਂ ਕੋਲ ਕਾਤਲ ਚਾਹ ਪੀਣ ਤਾਂ ਵੀ ਅਕਾਲੀ, ਇਹ ਕਾਤਲਾਂ ਨੂੰ ਜੱਫੀਆਂ ਪਾਉਣ ਤਾਂ ਵੀ ਅਕਾਲੀ, ਇਹ ਸਾਰੇ ਦੇ ਸਾਰੇ ਕਾਂਗਰਸੀਆਂ ਦੇ ਘਰ ਰੋਟੀ ਖਾ ਲੈਣ ਤੇ ਤਾਂ ਵੀ ਅਕਾਲੀ। ਤੇ ਮੈਂ ਅਕਾਲ ਤਖਤ ਸਾਹਿਬ ਤੇ ਬੈਠ ਕੇ ਇੰਟਰਵਿਊ ਦੇ ਰਿਹਾ, ਭਰ ਰਿਹਾ। ਸੋ ਮੈਂ ਪਰ ਇਹ ਨਿਸ਼ਚੇ ਨਾਲ ਕਹਿਣ ਨੂੰ ਤਿਆਰ ਹੈ ਕਿ 8 ਸਾਲਾਂ ਵਿੱਚ, 8ਵਾਂ ਸਾਲ ਮੈਨੂੰ ਹੈ ਦਸਤਾਰਬੰਦੀ ਹੋਈ ਨੂੰ, 8 ਸਾਲਾਂ ਵਿੱਚ ਕਿਸੇ ਕਾਂਗਰਸੀ ਐਮਐਲਏ ਦੇ ਘਰੋਂ, ਕਿਸੇ ਅਕਾਲੀ ਐਮਐਲਏ ਦੇ ਘਰੋਂ, ਕਿਸੇ ਕਾਮਰੇਡ ਐਮਐਲਏ ਦੇ ਘਰੋਂ, ਕਿਸੇ ਸੋਸ਼ਲਿਸਟ ਐਮਐਲਏ ਦੇ ਘਰੋਂ ਦਾਸ ਨੂੰ ਕਿਸੇ ਨੇ ਫਿੱਕੇ ਪਾਣੀ ਦੀ ਵੀ ਘੁੱਟ ਇੱਕ ਪੀਂਦਿਆਂ ਹੋਇਆ ਮੈਨੂੰ ਕਿਸੇ ਨੇ ਵੇਖਿਆ ਜਾਂ ਫੜਿਆ ਤੇ ਮੈਂ ਆਪਣੇ ਸਿਰ ਵਡਵਾਉਣ ਨੂੰ ਤਿਆਰ ਹਾਂ। ਹਾਂ, ਜਨਤਾ ਦੇ ਘਰੋਂ ਚਾਹੇ ਕੋਈ ਕਾਂਗਰਸੀ ਹੈ ਚਾਹੇ ਅਕਾਲੀ ਹੈ, ਉਹ ਮੈਂ ਲੰਗਰ ਛਕਦਾ, ਕਿਉਂਕਿ ਮੇਰੇ ਕੋਲ ਜਿਹੜਾ ਆਇਆ ਮੈਂ ਉਹਨੂੰ ਅੰਮ੍ਰਿਤ ਛਕਾਉਣਾ ਤੇ ਗੁਰੂ ਦੇ ਲੜ ਲਾਉਣਾ, ਇਹ ਮੇਰਾ ਕੰਮ ਹੈ। ਜਦੋਂ ਭਿੰਡਰਾਂਵਾਲੇ ਆਪਣੇ ਅਨੁਆਈਆਂ ਸਹਿਤ ਅਕਾਲ ਤਖਤ ਦੇ ਸਥਾਨ ਤੇ ਚਲੇ ਗਏ ਤਾਂ ਸਰਕਾਰ ਨਾਲ ਹੋਣ ਵਾਲੇ ਕਿਸੇ ਸੰਭਾਵਿਤ ਟਕਰਾਅ ਨੂੰ ਮੁੱਖ ਰੱਖਦੇ ਹੋਏ ਦਰਬਾਰ ਸਾਹਿਬ ਦੇ ਆਸ-ਪਾਸ ਮੋਰਚੇਬੰਦੀ ਕਰਨੀ ਸ਼ੁਰੂ ਕਰ ਦਿੱਤੀ। ਉਹਨਾਂ ਕੋਲ ਇਤਨੀ ਮਾਤਰਾ ਵਿੱਚ ਹਥਿਆਰ ਕਿਵੇਂ ਪਹੁੰਚੇ, ਇਹ ਵੀ ਇੱਕ ਬੜਾ ਵੱਡਾ ਪ੍ਰਸ਼ਨ ਹੈ। You know, you may not believe this, but till the end of December 83, there were hardly any arms in the temple. Hardly any. Then they started to get arms in, but as the government in Delhi, in fact you should interview some of those people, knows fully well that there were these car seva trucks going in, one of which was stopped in January 84. It was filled with weapons. And the police stopped it and rang Delhi. And Delhi said, let it go in. Now, who allowed that truck to go in? So the arming, I personally think, was part of the game. You know, that they actually wanted this kind of, you know, great Asian games of the Golden Temple to win them the next election. You know, so they allowed that to happen. ਪੰਜਾਬ ਵਿੱਚ ਵਧੇ ਹੋਏ ਤਣਾਅ ਤੇ ਦਰਬਾਰ ਸਾਹਿਬ ਕੰਪਲੈਕਸ ਵਿੱਚ ਹੋ ਰਹੀ ਮੋਰਚੇਬੰਦੀ ਨੂੰ ਅਖਬਾਰਾਂ ਤੇ ਕੇਂਦਰ ਦੀ ਸਰਕਾਰ ਨੇ ਰੱਜ ਕੇ ਉਛਾਲਿਆ। ਸਰਕਾਰੀ ਨਿਯੰਤਰਣ ਥੱਲੇ ਕੰਮ ਕਰਨ ਵਾਲੇ ਮੀਡੀਆ ਤੋਂ ਦਿਨ ਰਾਤ ਪ੍ਰਚਾਰ ਕਰਕੇ ਦੇਸ਼ਵਾਸੀਆਂ ਨੂੰ ਇਸ ਗੱਲ ਦਾ ਅਹਿਸਾਸ ਕਰਵਾ ਦਿੱਤਾ ਗਿਆ ਕਿ ਭਿੰਡਰਾਂਵਾਲੇ ਤੇ ਉਸਦੇ ਸਾਥੀਆਂ ਨੂੰ ਅਕਾਲ ਤਖਤ ਚੋਂ ਕੱਢਣ ਲਈ ਫੌਜੀ ਕਾਰਵਾਈ ਤੋਂ ਬਿਨਾਂ ਹੁਣ ਸਰਕਾਰ ਕੋਲ ਹੋਰ ਕੋਈ ਚਾਰਾ ਨਹੀਂ ਰਹਿ ਗਿਆ। On the day of the attack, I commanded a force of mixed groups. There were Hindus, there were Biharis, there were Rajputs, there were Madrasis, there were Garhwalis, there were Kumaunis, there were Sikhs. We were all mixed groups. I'm a Sikh myself. And we had to understand the reasons for which we were going in, as brought out by my predecessors on the mic. This was as a last resort, and we could not help but entering the Golden Temple complex so that the country was not held to ransom any longer. But it is still not clear why Bhindranwale chose to confront the might of the Indian army, which was superior both in weaponry and sheer numbers. The only plausible answer is that Bhindranwale was a religious zealot and thus chose to die an honorable death rather than face the ignominy of surrender. The Sikhs have a martial tradition, and to die in defense of the Golden Temple is the supreme sacrifice to be remembered in the annals of Sikh history. ਸਤਿਗੁਰੂ ਕਿਰਪਾ ਕਰਨ, ਇਹ ਤੁਹਾਡੇ ਕੋਲ ਇੱਕ ਮੰਗ ਮੇਰੀ ਹੈਗੀ ਆ, ਉਹ ਕੇਵਲ ਇੱਕੋ ਇੱਕ ਇਹ ਹੈ ਕਿ ਕਲਗੀਧਰ ਦੇ ਚਰਨਾਂ 'ਚ ਅਰਦਾਸ ਕਰੋ, ਜੋ ਪਿਤਾ ਜੀ ਨੇ ਅਕਾਲ ਪੁਰਖ ਤੋਂ ਮੰਗਿਆ ਉਹੀ ਮੰਗ ਦਾਸ ਦੀ ਹੈ। ਪਿਤਾ ਦੇ ਹੁਕਮ ਬਚਨਾਂ ਦੁਆਰਾ ਜਬ ਆਪ ਕੀ ਔਦ ਨਿਦਾਨ ਬਣੇ ਆਤੀ ਰਣ ਮੈਂ ਤਬ ਜੂਝ ਮਰੋ, ਮੰਜੇ ਤੇ ਪੈ ਕੇ ਜਾਂ ਸੋਭਾ ਸੱਟ ਤੇ ਪੈ ਕੇ ਜਾਨ ਨਿਕਲਣੀ ਨਹੀਂ ਮੰਗਦਾ। ਸਤਿਗੁਰੂ ਕਿਰਪਾ ਕਰਨ, ਧਰਮ ਵਾਸਤੇ, ਪੰਥ ਵਾਸਤੇ ਤੇ ਸਿੱਖੀ ਸ਼ਾਨ ਵਾਸਤੇ, ਧਾਰਮਿਕ ਸਥਾਨਾਂ ਵਾਸਤੇ ਜ਼ਿੰਦ ਕਿਤੇ ਲੱਗੇ। Bhindranwale had an example on that very day, which was being celebrated as the martyrdom day of Guru Arjan Dev. It is probably this religious outlook that forced his hand, as well as the fact that he had no other way out. So when the battle began, Bhindranwale was prepared.
We knew that Blue Star was going to take place or something was going to take place because we'd heard Mrs. Gandhi's broadcast, and we went down to the Golden Temple and we saw it was surrounded by the army. But on the night before Blue Star actually started, a policeman who has sadly since died, a very nice policeman, came into the hotel and said, "You've all got to get into buses and go." So we objected to this, and he said, "You've got to go for your safety." So I argued with him. I said, "Look, if it's for our safety we've got to go, we should go in the daytime because it's dark now and it'll be unsafe." Of course, why I was actually arguing that was because if we went in the daytime, we might hope to see something. So we did go eventually in the daytime, very early in the morning. We heard rather than saw anything because we were kept well away from the Golden Temple. And I suppose the most amazing sight which we did see actually was not in Amritsar, but was the fact that the Grand Trunk Road was absolutely empty. Not a bullock cart moved on it. And Punjab was in complete control of the army that day. Then we came back again, of course, for the first briefing given by General Sundarji, and I was deeply shocked, I must say, because by the damage which had been done to the Golden Temple, and particularly to the Akal Takht. And I remember going into the first floor of the Akal Takht and seeing the floor absolutely littered with empty cartridge cases. And I don't think any of us, until we actually got in there, even from the television pictures and things, had realized the extent of the damage done. ਦਰਬਾਰ ਸਾਹਿਬ ਤੇ ਹੋਏ ਹਮਲੇ ਤੋਂ ਕੁਝ ਦਿਨ ਮਗਰੋਂ ਪਹਿਲਾਂ ਗਿਆਨੀ ਜ਼ੈਲ ਸਿੰਘ ਤੇ ਫਿਰ 2 ਹਫ਼ਤੇ ਪਿੱਛੋਂ ਸ਼੍ਰੀਮਤੀ ਇੰਦਰਾ ਗਾਂਧੀ ਅੰਮ੍ਰਿਤਸਰ ਪੁੱਜੇ। ਉਹਨਾਂ ਹਰਮੰਦਰ ਸਾਹਿਬ ਵਿੱਚ ਮੱਥਾ ਟੇਕਿਆ ਤੇ ਅਕਾਲ ਤਖਤ ਸਾਹਿਬ ਤੇ ਹੋਰ ਇਮਾਰਤਾਂ ਨੂੰ ਹੋਏ ਨੁਕਸਾਨ ਦਾ ਜਾਇਜ਼ਾ ਲਿਆ। ਉਹਨਾਂ ਨੇ ਤਬਾਹ ਹੋਏ ਅਕਾਲ ਤਖਤ ਦੀ ਮੁਰੰਮਤ ਕਰਵਾ ਕੇ ਫੌਜੀ ਕਾਰਵਾਈ ਉੱਪਰ ਪਰਦਾ ਪਾ ਦੇਣ ਦਾ ਫੈਸਲਾ ਕਰ ਲਿਆ। ਉਹਨਾਂ ਦਾ ਖਿਆਲ ਸੀ ਕਿ ਜਦੋਂ ਤੱਕ ਤਬਾਹ ਤੇ ਬਰਬਾਦ ਹੋਇਆ ਅਕਾਲ ਤਖਤ ਸਿੱਖਾਂ ਦੀਆਂ ਅੱਖਾਂ ਸਾਹਮਣੇ ਰਹੇਗਾ, ਉਹ ਇਹ ਗੱਲ ਨਹੀਂ ਭੁੱਲ ਸਕਣਗੇ ਕਿ ਉਹਨਾਂ ਦੇ ਇਸ ਪਾਵਨ ਪਵਿੱਤਰ ਸਥਾਨ ਨੂੰ ਭਾਰਤੀ ਫੌਜਾਂ ਨੇ ਆਪਰੇਸ਼ਨ ਬਲੂ ਸਟਾਰ ਦੇ ਦੌਰਾਨ ਤਬਾਹ ਕੀਤਾ ਸੀ। ਸ਼੍ਰੀਮਤੀ ਗਾਂਧੀ ਨੇ ਅਕਾਲ ਤਖਤ ਦੀ ਮੁਰੰਮਤ ਦਾ ਕੰਮ ਨਿਹੰਗਾਂ ਦੇ ਮੁਖੀ ਬਾਬਾ ਸੰਤਾ ਸਿੰਘ ਨੂੰ ਸੌਂਪਿਆ। ਸਿੱਖ ਭਾਈਚਾਰਾ ਤੇ ਖਾਸ ਕਰਕੇ ਖਾੜਕੂ ਨੌਜਵਾਨ ਟੱਠੇ ਹੋਏ ਅਕਾਲ ਤਖਤ ਸਾਹਿਬ ਦੀ ਉਸਾਰੀ ਦਾ ਕੰਮ ਸੰਗਤਾਂ ਦੇ ਸਹਿਯੋਗ ਨਾਲ ਕਰਨਾ ਚਾਹੁੰਦੇ ਸਨ। ਇਹ ਉਹ ਤਖਤ ਹੈ ਜਿਸ ਨੂੰ ਕਦੇ ਭਾਈ ਗੁਰਦਾਸ ਤੇ ਬਾਬਾ ਬੁੱਢਾ ਨੇ ਬਣਾਇਆ ਸੀ। ਇਹ ਉਹ ਤਖਤ ਹੈ ਜਿਸ ਨੂੰ ਕਦੇ ਬਾਅਦ ਵਿੱਚ ਪੰਜਾਂ ਪਿਆਰਿਆਂ ਦੀ ਸਰਪ੍ਰਸਤੀ ਹੇਠ ਬਣਾਇਆ ਗਿਆ ਸੀ। ਉਸ ਰਵਾਇਤ ਨੂੰ ਕਾਇਮ ਰੱਖਣਾ ਹੈ। ਕਿਸੇ ਇੱਕ ਮਨੁੱਖ ਨੂੰ ਕੋਈ ਹੱਕ ਨਹੀਂ ਆਪਣੀ ਮਰਜ਼ੀ ਨਾਲ ਤਖਤ ਬਣਾਉਂਦਾ ਫਿਰੇ। ਜਿਹੜਾ ਅਕਾਲ ਤਖਤ ਤੋਂ ਛੇਕਿਆ ਗਿਆ ਹੈ, ਪ੍ਰਵਾਨ ਹੀ ਨਹੀਂ ਕੌਮ ਨੇ ਕੀਤਾ, ਉਹਦਾ ਤਖਤ ਬਣਾਇਆ, ਕੌਮ ਕਿਵੇਂ ਪ੍ਰਵਾਨ ਕਰ ਲਏਗੀ? ਇਹ ਕਦੇ ਹੋ ਹੀ ਨਹੀਂ ਸਕਦਾ। ਨਿਹੰਗ ਸੰਤਾ ਸਿੰਘ ਦੁਆਰਾ ਮੁਰੰਮਤ ਕੀਤੇ ਗਏ ਅਕਾਲ ਤਖਤ ਨੂੰ ਸਿੱਖ ਜਗਤ ਨੇ ਪ੍ਰਵਾਨ ਨਾ ਕੀਤਾ ਤੇ ਉਹਨਾਂ ਨੇ ਅਕਾਲ ਤਖਤ ਦੀ ਉਸ ਇਮਾਰਤ ਨੂੰ ਢਾਹ ਕੇ ਆਪਣੇ ਖੂਨ ਪਸੀਨੇ ਤੇ ਮਿਹਨਤ ਨਾਲ ਨਵੇਂ ਅਕਾਲ ਤਖਤ ਦੀ ਸਿਰਜਣਾ ਦਾ ਕਾਰਜ ਸ਼ੁਰੂ ਕਰ ਦਿੱਤਾ। ਬਲੂ ਸਟਾਰ ਆਪਰੇਸ਼ਨ ਤੋਂ ਬਾਅਦ ਪੰਜਾਬ ਦੇ ਪਿੰਡਾਂ ਵਿੱਚੋਂ ਕਥਿਤ ਆਤੰਕਵਾਦੀ ਨੌਜਵਾਨਾਂ ਨੂੰ ਪਕੜਨ ਤੇ ਉਹਨਾਂ ਦੀ ਅਲਖ ਮੁਕਾ ਦੇਣ ਦਾ ਅਭਿਆਨ ਸ਼ੁਰੂ ਕਰ ਦਿੱਤਾ ਗਿਆ। ਇਸ ਨੂੰ ਵੁੱਡ ਰੋਜ਼ ਆਪਰੇਸ਼ਨ ਦਾ ਨਾਂ ਦਿੱਤਾ ਗਿਆ। ਪੰਜਾਬ ਦੇ ਅਨੇਕਾਂ ਬੇਗੁਨਾਹ ਯੁਵਕ ਇਸ ਆਪਰੇਸ਼ਨ ਦੇ ਤਹਿਤ ਮਾਰ ਦਿੱਤੇ ਗਏ। ਸਰਕਾਰ ਦਾ ਕਹਿਣਾ ਸੀ ਕਿ ਉਹ ਦੇਸ਼ ਨੂੰ ਟੁਕੜੇ-ਟੁਕੜੇ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਸਰਕਾਰੀ ਮਸ਼ੀਨਰੀ ਦੇ ਹੱਥ ਮਜ਼ਬੂਤ ਕਰਨ ਲਈ ਵਿਧਾਨ ਵਿੱਚ ਤਰਮੀਮਾਂ ਕਰਕੇ ਇਹੋ ਜਿਹੇ ਕਾਨੂੰਨ ਪਾਸ ਕੀਤੇ ਗਏ ਜਿਨ੍ਹਾਂ ਨੂੰ ਪੰਜਾਬ ਦੇ ਲੋਕਾਂ ਨੇ ਕਾਲੇ ਕਾਨੂੰਨਾਂ ਦਾ ਨਾਮ ਦਿੱਤਾ। After Blue Star, another hideous mistake was made, and that was this so-called Operation Wood Rose, when people talked loosely about flushing out terrorists. And the end result was you didn't flush out terrorists, you created a whole lot more. And when you see every government is based on justice, social, economic and political, and if it fails to give justice, then it becomes counterproductive and then people take up the arms. ਘਟਨਾਵਾਂ ਦਾ ਕ੍ਰਮ ਬੜੀ ਤੇਜ਼ੀ ਨਾਲ ਬਦਲ ਰਿਹਾ ਸੀ। 31 ਅਕਤੂਬਰ 1984 ਨੂੰ ਸ਼੍ਰੀਮਤੀ